ਦਾ ਪਾਠ। ਉਸ ਤੋਂ ਬਾਅਦ ਪੌੜੀ। ਸ਼ਲੋਕ। ਹਰ ਹਰ ਮੁਖ ਤੇ ਬੋਲਣਾ, ਮਨ ਬੁੱਠੈ ਸੁਖ ਹੋਏ। ਨਾਨਕ ਸਭ ਮੈਂ ਰਵ ਰਿਆ, ਥਾਨ ਥਨੰਤਰ ਸੋਏ। ਹਰ ਹਰ ਮੁਖ ਤੇ ਬੋਲਣਾ, ਮਨ ਬੁੱਠੈ ਸੁਖ ਹੋਏ। ਨਾਨਕ ਸਭ ਮੈਂ ਰਵ ਰਿਆ, ਥਾਨ ਥਨੰਤਰ ਸੋਏ। ਜਿਸ ਤਰ੍ਹਾਂ ਇਹ ਗੋੜੀ 52 ਅੱਖਰੀ ਜੋ ਗੋੜੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਹੈ, ਇਹਦੀ ਬਣਤਰ ਹੈ ਕਿ ਪੌੜੀ ਤੋਂ ਪਹਿਲਾਂ ਇੱਕ ਸ਼ਲੋਕ ਦਰਜ ਕੀਤਾ ਗਿਆ ਹੈ। ਉਸ ਤੋਂ ਬਾਅਦ ਪੌੜੀ ਵਿੱਚ ਹੋਰ ਵਿਚਾਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਅੱਜ ਜੋ ਪਹਿਲਾ ਸ਼ਲੋਕ ਹੈ, ਹਰ ਹਰ ਮੁਖ ਤੇ ਬੋਲਣਾ, ਮਨ ਉੱਠੇ ਸੁਖ ਹੋਏ। ਆਮ ਤੌਰ ਤੇ ਹਰ ਬੰਦਾ ਜੋ ਧਰਮ ਦੀ ਦੁਨੀਆ ਵਿੱਚ ਪੈਰ ਰੱਖਦਾ ਹੈ, ਕਦਮ ਰੱਖਦਾ ਹੈ, ਉਹ ਮੂੰਹ ਤੋਂ ਬੋਲ ਕੇ ਹੀ ਪ੍ਰਭੂ ਦੇ ਗੁਣ ਗਾਉਂਦਾ ਹੈ। ਔਰ ਜ਼ਿਆਦਾਤਰ ਇਹ ਸਾਡਾ ਸੁਭਾਅ ਮੂੰਹ ਤੋਂ ਬੋਲਣ ਦਾ ਹੀ ਹੈ, ਇਸ ਤੋਂ ਅੱਗੇ ਦਾ ਨਹੀਂ। ਗੁਰੂ ਪਾਤਸ਼ਾਹ ਜੀ ਨੇ ਅੱਜ ਦਾ ਜੋ ਸ਼ਲੋਕ ਹੈ, ਇਹਦੇ ਵਿੱਚ ਇਸ ਮੂੰਹ ਤੋਂ ਬੋਲਣ ਤੋਂ ਅੱਗੇ ਚੱਲਣ ਦੀ ਗੱਲ ਕੀਤੀ ਹੈ। ਕੇਵਲ ਮੂੰਹ ਤੱਕ ਇਹਨੂੰ ਸੀਮਤ ਨਹੀਂ ਰੱਖਿਆ। ਹਰ ਹਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਿੱਚ ਹਰੀ ਦਾ ਨਾਮ, ਹਰੀ ਦਾ ਜਾਪ ਮੁਖ ਤੇ ਬੋਲਣਾ, ਮੂੰਹ ਨਾਲ ਕੀਤਿਆਂ, ਮੂੰਹ ਨਾਲ ਬੋਲਣ ਨਾਲ। ਪਰ ਅੱਗੇ ਮਨ ਉੱਠੇ, ਮਨ ਵਿੱਚ ਆ ਕੇ ਵਸ ਜਾਂਦਾ ਹੈ। ਮਨ ਦੇ ਨਨੁਸੇ ਹਰੀ ਹੈ, ਮਨ ਵਿੱਚ ਆ ਕੇ ਆਪਣਾ ਥਾਂ ਬਣਾ ਲੈਂਦਾ ਹੈ, ਆਪਣੀ ਜਗ੍ਹਾ ਬਣਾ ਲੈਂਦਾ ਹੈ, ਆ ਕੇ ਟਿਕਾਣਾ ਬਣਾ ਲੈਂਦਾ ਹੈ। ਤਾਂ ਫਿਰ ਮਿਲਦਾ ਕੀ ਹੈ? ਉਸ ਵਿੱਚੋਂ ਆਤਮਿਕ ਆਨੰਦ ਮਿਲਦਾ ਹੈ, ਸੁੱਖ ਮਿਲਦਾ ਹੈ। ਉਹ ਸੁੱਖ ਜੋ ਦੁਨੀਆ ਦੇ ਪਦਾਰਥਾਂ ਵਿੱਚੋਂ ਨਹੀਂ ਮਿਲਦਾ, ਉਹ ਸੁੱਖ ਜੋ ਸੰਸਾਰ ਦੇ ਕਿਸੇ ਤੋਂ ਖਰੀਦਿਆ ਨਹੀਂ ਜਾ ਸਕਦਾ, ਉਹ ਸੁੱਖ ਜੋ ਨਿਰੰਕਾਰ ਦੇ ਦੇਸ਼ ਦਾ ਸੁੱਖ ਹੈ, ਉਹ ਸੁੱਖ ਜਿਸ ਦੇ ਆਇਆ ਕਦੀ ਦੁੱਖ ਨਹੀਂ ਵਿਆਪ ਸਕਦਾ। ਵਾਹਿਗੁਰੂ ਦੀ ਬੰਦਗੀ ਦਾ ਜੋ ਪਹਿਲੀ ਸਟੇਜ ਸਾਡੀ ਹੈ, ਉਹ ਹੈ ਬੋਲਣਾ। ਫਿਰ ਹੈ ਕੰਨਾਂ ਨਾਲ ਸੁਣਨਾ, ਬੋਲੇ ਹੋਏ ਨੂੰ ਸੁਣਨਾ। ਫਿਰ ਉਸ ਤੇ ਅਮਲ ਕਰਨਾ। ਤਿੰਨ ਚੀਜ਼ਾਂ ਬੜੀਆਂ ਸਪਸ਼ਟ ਹਨ। ਇਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਨੇ ਆਸਾਵਰੀ ਸਰਲੇਖ ਹੇਠ ਵੀ ਬਿਆਨ ਕੀਤੀ ਹੈ। ਕਹਿੰਦੇ ਨੇ, ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ। ਗੁਰ ਕਿਹਾ ਸੁਚਿਤ ਧਰ ਹਾਂ, ਅਨਸਿਓ ਤੋਰ ਫੇਰ ਹਾਂ। ਐਸੇ ਲਾਲਨ ਪਾਇਓ ਰੀ ਸਖੀ। ਆਸਾਵਰੀ ਸਰਲੇਖ ਗੁਰੂ ਗ੍ਰੰਥ ਸਾਹਿਬ ਜੋ ਮਿਲਦਾ ਹੈ, ਉੱਥੇ ਸਾਰੀ ਪ੍ਰਭੂ ਨੂੰ ਮਿਲਣ ਦਾ ਢੰਗ ਦੱਸਿਆ, ਤਰੀਕਾ ਦੱਸਿਆ, ਆਤਮਿਕ ਆਨੰਦ ਦਾ ਇੱਕ ਵਿਧੀ ਦੱਸੀ ਹੈ। ਅੱਜ ਦੁਨੀਆ ਭਟਕਦੀ ਹੈ ਆਤਮਿਕ ਆਨੰਦ ਲਈ, ਆਤਮਿਕ ਖੁਸ਼ੀ ਲਈ। ਕੋਈ ਕਿਸ ਡੇਰੇ ਤੇ ਜਾਂਦਾ, ਕੋਈ ਕਿਤੇ ਜਾਂਦਾ ਹੈ, ਕੋਈ ਕਿਤੇ ਜਾਂਦਾ ਹੈ। ਮਨ ਦੀ ਭਾਵਨਾ ਹੋਈ ਹੈ ਸਾਡਾ ਮਨ ਟਿਕ ਜਾਏ, ਮਨ ਟਿਕਾਓ ਚ ਆ ਜਾਏ, ਆਨੰਦ ਮਿਲ ਜਾਏ। ਮਨ ਦੀ ਭਾਵਨਾ ਹੈ, ਲੇਕਿਨ ਇਸ ਮਨ ਦੀ ਭਾਵਨਾ ਵਿੱਚੋਂ ਫਾਇਦਾ ਉਠਾਉਣ ਵਾਲੇ ਹੋਰ ਬਹੁਤ ਹਨ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਆਪ ਮੈਂ ਦੱਸਾਂ ਕਿ ਕਿਵੇਂ ਹੁੰਦਾ ਹੈ, ਉਸ ਪਿਆਰੇ ਦਾ ਮਿਲਾਪ ਹੁੰਦਾ ਕਿਵੇਂ, ਆਨੰਦ ਕਿਵੇਂ ਮਿਲਦਾ ਹੈ, ਉਸ ਆਨੰਦ ਤੱਕ ਕਿਵੇਂ ਪਹੁੰਚਣਾ ਹੈ। ਉਹ ਸਤਿਗੁਰੂ ਜੀ ਨੇ ਆਪ ਕਿਹਾ, ਪਹਿਲਾਂ ਗੋਬਿੰਦ ਗੋਬਿੰਦ ਕਰ ਹਾਂ, ਬੋਲਣਾ ਪਵੇਗਾ। ਬਿਨਾਂ ਬੋਲਣ ਤੋਂ ਜੇ ਅਸੀਂ ਬਾਣੀ ਨੂੰ ਪੜਾਂਗੇ ਨਹੀਂ,
ਤਾਂ ਉਸ 'ਤੇ ਅਮਲ ਵੀ ਨਹੀਂ ਹੋ ਸਕਦਾ। ਅਸੀਂ ਜਦੋਂ ਪਹਿਲੇ ਵੇਲੇ ਜਦੋਂ ਬਾਣੀ ਨੂੰ ਸ਼ੁਰੂ ਕਰਦੇ ਹਾਂ, ਤਾਂ ਪਾਠ ਅਸੀਂ ਬੋਲ ਕੇ ਕਰਦੇ ਹਾਂ। ਫਿਰ ਬੋਲੇ ਹੋਏ ਨੂੰ ਗੁਰੂ ਪਾਤਸ਼ਾਹ ਅਗਲੀ ਗੱਲ ਵੀ ਕਹਿੰਦੇ ਨੇ, ਕਹਿੰਦੇ ਕੇਵਲ ਰਸਨਾ ਨਾਲ ਨਾ ਬੋਲ, ਕੇਵਲ ਜ਼ਬਾਨ ਨਾ ਬੋਲੇ। ਜੇ ਕੇਵਲ ਜ਼ਬਾਨ ਬੋਲੇਗੀ ਫਿਰ ਇਹ ਮਕੈਨੀਕਲ ਰੈਪੀਟੀਸ਼ਨ ਤੇ ਚਲਾ ਜਾਏਗਾ। ਇੱਥੋਂ ਸ਼ੁਰੂ ਕਰ। ਬੱਚੇ ਨੂੰ ਅਸੀਂ ਨਰਸਰੀ ਵਿੱਚ ਦਾਖਲ ਕਰਾਉਂਦੇ ਹਾਂ, ਅਸੀਂ ਗ੍ਰਸਤੀ ਹਾਂ ਸਾਰੇ। ਹੁਣ ਜੇ ਬੱਚਾ ਸਾਰੀ ਜ਼ਿੰਦਗੀ ਨਰਸਰੀ ਤੇ ਹੀ ਰਵੇ, ਇਸ ਤੋਂ ਅੱਗੇ ਕਦਮ ਹੀ ਨਾ ਵਧਾਵੇ, ਉਹ ਕਵੇ ਮੈਂ ਤਾਂ ਬਸ ਇੰਨਾ ਹੀ ਸਿੱਖਣਾ ਹੈ, ਤਾਂ ਫਿਰ ਉਹ ਹੋਰ ਪੜ੍ਹਾਈ ਨਹੀਂ ਕਰ ਸਕਦਾ। ਬਿਲਕੁਲ ਇਸੇ ਤਰ੍ਹਾਂ ਹੀ ਅਧਿਆਤਮਕਵਾਦ ਵਿੱਚ, ਧਾਰਮਿਕ ਦੁਨੀਆ ਵਿੱਚ ਵੀ ਇਹੋ ਹੀ ਅਵਸਥਾ ਹੈ। ਬੋਲਣਾ ਹੈ, ਪਰ ਬੋਲਣ ਤੇ ਖੜੇ ਨਹੀਂ ਹੋ ਜਾਣਾ। ਕੀ ਬੋਲਿਆ ਹੈ ਉਹਦੇ ਤੇ ਵਿਚਾਰ ਕਰਨੀ ਹੈ। ਕੀ ਬੋਲਿਆ ਹੈ ਉਹਨੂੰ ਮਨ ਤੱਕ ਲੈ ਕੇ ਜਾਣਾ ਹੈ, ਆਪਣੇ ਅੰਦਰ ਤੱਕ ਲੈ ਕੇ ਜਾਣਾ ਹੈ। ਕੇਵਲ ਉੱਪਰੋਂ ਬੋਲ ਕੇ, ਉੱਪਰੋਂ ਗੱਲਾਂ ਕਰਕੇ ਅਸੀਂ ਮਾਲਕ ਦੀ ਖੁਸ਼ੀ ਨਹੀਂ ਲੈ ਸਕਦੇ, ਆਤਮਿਕ ਆਨੰਦ ਨਹੀਂ ਮਿਲ ਸਕਦਾ। ਆਤਮਿਕ ਆਨੰਦ ਦਾ ਸੋਮਾ ਵਾਹਿਗੁਰੂ ਹੈ, ਪਰਮੇਸ਼ਰ ਦਾ ਨਾਮ ਆਤਮਿਕ ਆਨੰਦ ਦਾ ਸੋਮਾ ਹੈ। ਪਰ ਜਦ ਤੱਕ ਮਨ ਅੰਦਰ ਇਹ ਨਾਮ ਜਾਂਦਾ ਨਹੀਂ, ਤਦ ਤੱਕ ਅਸੀਂ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦੇ, ਸੁੱਖ ਨਹੀਂ ਮਿਲ ਸਕਦਾ। ਅਸੀਂ ਸੁੱਖ ਨੂੰ ਸ਼ਾਇਦ ਦੁਨੀਆ ਦੇ ਪਦਾਰਥਾਂ ਵਿੱਚੋਂ ਲੱਭਦੇ ਹਾਂ, ਦੌਲਤ ਵਿੱਚੋਂ ਸੁੱਖ ਲੱਭਦੇ ਹਾਂ, ਅਸੀਂ ਰੰਗ ਤਮਾਸ਼ਿਆਂ ਵਿੱਚੋਂ ਸੁੱਖ ਲੱਭਦੇ ਹਾਂ, ਅਸੀਂ ਲੋਕਾਚਾਰੀ ਵਿੱਚੋਂ ਸੁੱਖ ਲੱਭਦੇ ਹਾਂ, ਅਸੀਂ ਸੰਸਾਰ ਦੇ ਪਦਾਰਥਾਂ ਵਿੱਚੋਂ ਸੁੱਖ ਲੱਭਦੇ ਹਾਂ। ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਇਹ ਸੁੱਖ ਥੋੜ੍ਹੇ ਚਿਰੇ ਹਨ, ਇਹ ਛਿਨ ਭੰਗਰਦੇ ਹਨ, ਦੇਖਣ ਨੂੰ ਸੁੱਖ ਜਾਪਦੇ ਹਨ, ਪਰ ਅਸਲ ਵਿੱਚ ਇਹ ਸੁੱਖ ਸਦੀਵੀ ਨਹੀਂ ਹਨ। ਉਹ ਸੁੱਖ ਚਾਹੀਦਾ ਹੈ, ਜੇ ਉਹ ਗੱਲ ਚਾਹੀਦੀ ਹੈ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ, ਫਿਰ ਗੁਰੂ ਦੀ ਸ਼ਰਨ ਵਿੱਚ ਆ ਤੇ ਕਰ ਕੀ, ਹਰ ਹਰ ਮੁਖ ਤੇ ਬੋਲਣਾ, ਮੂੰਹ ਤੋਂ ਵਾਹਿਗੁਰੂ ਦੀ ਯਾਦ ਕਰ, ਵਾਹਿਗੁਰੂ ਦਾ ਨਾਮ ਜਪ, ਉਸ ਹਰੀ ਦਾ ਨਾਮ ਮੂੰਹ ਨਾਲ ਕੀਤਿਆਂ, ਹਰੀ ਦਾ ਜਪ ਮੂੰਹ ਨਾਲ ਕੀਤਿਆਂ, ਪੜ੍ਹਿਆ। ਪਰ ਜਦੋਂ ਉਹ ਕਰਦਿਆਂ ਮਨ ਵਿੱਚ ਆ ਵਸਦਾ ਹੈ, ਮਨ ਉੱਠੇ, ਮਨ ਵਿੱਚ ਆ ਟਿਕਾਣਾ ਬਣਾਉਂਦਾ ਹੈ, ਮਨ ਵਿੱਚ ਆ ਟਿਕਦਾ ਹੈ, ਤਾਂ ਫਿਰ ਕੀ ਹੋਏਗਾ? ਤਾਂ ਆਤਮਿਕ ਆਨੰਦ ਪੈਦਾ ਹੋ ਜਾਏਗਾ, ਸੁੱਖ ਹੋਏ। ਉਹ ਸੁੱਖ ਜਿਹਦੇ ਬਰਾਬਰ ਦਾ ਹੋਰ ਕੋਈ ਸੁੱਖ ਨਹੀਂ ਹੈ। ਉਹ ਸੁੱਖ ਜਿਹੜਾ ਦੁਨੀਆ ਦੇ ਕਿਸੇ ਵੀ ਧਨ ਦੌਲਤ ਨਾਲ ਖਰੀਦਿਆ ਨਹੀਂ ਜਾ ਸਕਦਾ। ਇਹ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੜੀ ਗੱਲ ਸਾਨੂੰ ਸਮਝਾਉਂਦੇ ਹਨ। ਮਨ ਜਦ ਤੱਕ ਬੋਲੇ ਹੋਏ ਨੂੰ ਆਪਣੇ ਅੰਦਰ ਤੱਕ ਲੈ ਕੇ ਨਹੀਂ ਜਾਂਦਾ, ਉਦੋਂ ਤੱਕ ਇਹ ਟਿਕਾਓ ਵਿੱਚ ਵੀ ਨਹੀਂ ਆਉਂਦਾ, ਕਿਉਂਕਿ ਮਨ ਦਾ ਸੁਭਾਅ ਬੜਾ ਚੰਚਲ ਹੈ, ਬੜਾ ਚਲਾਕ ਹੈ। ਮਨ ਬਾਹਰ ਮੁਖੀ ਉਡਾਰੀਆਂ ਬਹੁਤ ਮਾਰਦਾ ਹੈ। ਇਸ ਚੰਚਲ ਮਨ ਨੂੰ ਕਾਬੂ ਕਰਨ ਦੇ ਲਈ ਜ਼ਰੂਰੀ ਹੈ ਕਿ ਜੋ ਅਸੀਂ ਮੂੰਹ ਤੋਂ ਪੜ੍ਹਦੇ ਹਾਂ, ਹੁਣ ਤਾਂ ਹੀ ਹੋਏਗਾ ਜੇ ਜੋ ਅਸੀਂ ਪੜ੍ਹਿਆ ਉਹ ਸਾਨੂੰ ਧਿਆਨ ਵੀ ਲੱਗਾ ਹੋਵੇ। ਜ਼ਰੂਰੀ ਨਹੀਂ ਕਿ ਅਸੀਂ ਜੋ ਪੜ੍ਹ ਲਿਆ ਸਾਨੂੰ ਪਤਾ ਵੀ ਲੱਗ ਗਿਆ ਅਸੀਂ ਕੀ ਪੜ੍ਹ ਲਿਆ। ਕਈ ਵਾਰ ਤਾਂ ਅਸੀਂ ਪੜ੍ਹਦੇ ਜਪ ਦੀ ਬਾਣੀ ਵਿੱਚ ਅਸੀਂ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰ ਲੈਂਦੇ ਹਾਂ। ਕਾਰਨ ਕੀ ਹੈ? ਬੋਲ ਰਹੇ ਹਾਂ, ਮੁਖ ਤੋਂ ਬੋਲ ਰਹੇ ਹਾਂ, ਲੇਕਿਨ ਸਾਡਾ ਧਿਆਨ ਉਹਦੇ ਵਿੱਚ ਨਹੀਂ ਸੀ। ਮਨ ਵਿੱਚ ਜਾਣ ਦਾ ਮਤਲਬ ਧਿਆਨ ਨਾਲ ਧਿਆਨ ਜੋੜ ਕੇ, ਜਿਹੜੀ ਗੱਲ ਗੁਰੂ ਸਾਹਿਬ ਕਹਿੰਦੇ ਨਾ, ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ, ਫਿਰ ਗੁਰ ਕਿਹਾ ਸੋ ਚਿੱਤ ਧਰ ਹਾਂ। ਭਲਿਆ ਜੋ ਗੁਰੂ ਨੇ ਕਿਹਾ ਇਹਨਾਂ ਬੋਲਾਂ ਵਿੱਚ ਬੋਲਿਆ, ਜੋ ਤੂੰ ਪੜ੍ਹਿਆ ਉਹਨੂੰ ਚਿੱਤ ਵਿੱਚ ਵਸਾ, ਉਹਨੂੰ ਆਪਣੇ ਹਿਰਦੇ 'ਚ ਜਗ੍ਹਾ ਦੇ, ਉਹਨੂੰ ਟਿਕਾਣਾ ਦੇ, ਉਹਨੂੰ ਆਪਣੇ ਨਾਲ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ। ਫਿਰ ਕੀ ਹੋਏਗਾ? ਮਨ ਉੱਠਾ, ਸੁੱਖ ਹੋਏ। ਜਦੋਂ ਤੈਨੂੰ ਮਨ 'ਚ ਟਿਕ ਜਾਏਗਾ ਫਿਰ ਆਨੰਦ ਆ ਜਾਏਗਾ, ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਨਾਨਕ ਸਭ ਮੈਂ ਰਵ ਰਿਹਾ, ਥਾਂ ਥਨੰਤਰ ਸੋਏ।
ਸਭ ਮੈਂ, ਸਾਰਿਆਂ ਵਿੱਚ, ਥਾਂ ਥਨੰਤਰ, ਹਰ ਥਾਂ ਦੇ ਉੱਤੇ, ਹਰੇਕ ਥਾਂ ਦੇ ਅੰਦਰ, ਅੰਤਰ, ਥਾਨ, ਅੰਤਰ, ਵਿੱਚ, ਹਰ ਥਾਂ ਵਿੱਚ। ਗੁਰੂ ਸਾਹਿਬ ਜੀ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਨਕ, ਇਹ ਨਾਨਕ, ਫਿਰ ਸਮਝ ਆ ਜਾਏਗੀ, ਸੁਰਤ ਵਿਸ਼ਾਲ ਹੋ ਜਾਏਗੀ, ਸੋਚ ਦਾ ਦਾਇਰਾ ਵੱਡਾ ਹੋ ਜਾਏਗਾ। ਜਦੋਂ ਜ਼ਬਾਨ ਤੋਂ ਬੋਲ ਕੇ ਮਨ ਵਿੱਚ ਵਸ ਗਿਆ, ਫਿਰ ਤੈਨੂੰ ਸਮਝ ਆ ਜਾਏਗੀ ਕਿ ਪ੍ਰਭੂ ਸਾਰੇ ਜੀਵਾਂ ਵਿੱਚ ਵਿਆਪਕ ਹੈ, ਉਹ ਕੇਵਲ ਮੇਰੇ ਵਿੱਚ ਨਹੀਂ। ਤੇਰੀ ਸੋਚ ਦਾ ਦਾਇਰਾ ਵੱਡਾ ਹੋ ਜਾਏਗਾ, ਆਪਣੇ ਤੋਂ ਨਿਕਲ ਕੇ, ਨਿੱਜ ਤੋਂ ਨਿਕਲ ਕੇ ਨਿਰੰਕਾਰ ਦੀ ਵਸਾਈ ਹੋਈ ਕਾਇਨਾਤ ਵਿੱਚੋਂ ਉਸ ਨਿਰੰਕਾਰ ਨੂੰ ਦੇਖੇਗਾ। ਹਰ ਵਿੱਚ ਤੈਨੂੰ ਕਹਿਣਾ, ਹਰ ਕਾਇਨਾਤ ਦੇ ਹਰ ਜਰੇ ਜਰੇ ਵਿੱਚ ਤੈਨੂੰ ਪਰਮੇਸ਼ਰ ਦੀ ਸਮਝ ਆਏਗੀ। ਸਮਝ ਆ ਜਾਏਗੀ, ਸਭ ਮੈਂ ਜੋਤ ਜੋਤ ਹੈ ਸੋਏ, ਜਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਗੱਲ ਸਮਝ ਆ ਜਾਏਗੀ। ਸਭੇ ਘਟ ਰਾਮ ਬੋਲੇ ਦੀ ਗੱਲ ਪੱਲੇ ਪੈ ਜਾਏਗੀ। ਰਾਮ ਬਿਨਾ ਕੋ ਬੋਲੇ ਰੇ ਦੀ ਕਹਾਣੀ ਵੀ ਸਮਝ ਆ ਜਾਏਗੀ। ਪਰ ਕਦੋਂ? ਜਦੋਂ ਹਰ ਹਰ ਮਨ ਦੇ ਵਿੱਚ ਵਸ ਜਾਂਦਾ ਹੈ, ਮਨ ਅੰਦਰ ਸਮਾ ਜਾਂਦਾ ਹੈ। ਨਾਨਕ ਸਭ ਮੈਂ ਰਵ ਰਿਹਾ, ਥਾਨ ਥਨੰਤਰ ਸੋਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਨਾਨਕ, ਉਹ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੈ, ਹਰੇਕ ਥਾਂ ਦੇ ਅੰਦਰ ਹੈ, ਹਰੇਕ ਥਾਂ ਤੇ ਮੌਜੂਦ ਹੈ। ਹਰੀ ਦਾ ਨਾਂ ਜਾਪ ਮੂੰਹ ਨਾਲ ਕੀਤਿਆਂ, ਹਰੀ ਦੀ ਯਾਦ ਮੂੰਹ ਨਾਲ ਕੀਤਿਆਂ ਕੀ ਹੋ ਜਾਏਗਾ? ਉਹ ਫਿਰ ਮਨ ਵਿੱਚ ਆ ਵਸਦਾ ਹੈ। ਜਦੋਂ ਉਹਦਾ ਟਿਕਾਣਾ ਮਨ ਵਿੱਚ ਹੋ ਗਿਆ, ਫਿਰ ਆਨੰਦ ਬਣ ਗਿਆ, ਸੁੱਖ ਮਿਲ ਗਿਆ। ਇਹ ਭਾਈ, ਉਸ ਵਾਹਿਗੁਰੂ ਦੀ ਯਾਦ ਨੂੰ ਆਪਣੇ ਮਨ ਵਿੱਚ ਥਾਂ ਦੇ, ਮਨ ਵਿੱਚ ਵਸਾ, ਪੱਕੀ ਕਰ, ਤਦ ਕਿ ਪ੍ਰੀਤਮ ਦੇ ਦੇਸ਼ ਤੇ ਦੀਦਾਰ ਕਰ ਸਕੇ। ਪੌੜੀ ਹੀਰੂ ਘਟ ਘਟ ਸਗਲ ਕੈ, ਪੂਰ ਰਹੇ ਭਗਵਾਨ, ਹੋਵਤ ਆਏ ਸਦ ਸਦੀਵ, ਦੁਖ ਭੰਜਨ ਗੁਰ ਗਿਆਨ। ਗੁਰੂ ਸਾਹਿਬ ਕਮਾਲ ਦੀਆਂ ਗੱਲਾਂ ਸਾਨੂੰ ਦੱਸਦੇ ਹਨ, ਕਮਾਲ ਦੀਆਂ ਗੱਲਾਂ ਸਾਨੂੰ ਦੱਸਦੇ ਨੇ। ਹੀਰੂ, ਹੀਰੂ ਦਾ ਵੇਖਣਾ, ਹੀਰੂ ਬਿੰਦੀ ਲਾ ਕੇ ਉਚਾਰਨ ਹੋਏਗਾ। ਮੈਂ ਵੇਖਦਾ ਹਾਂ, ਮੈਂ ਵੇਖਦਾ ਹਾਂ, ਹੀਰੂ ਕੀ ਘਟ ਘਟ ਸਗਲ ਕੈ, ਹਰੇਕ ਹਿਰਦੇ ਵਿੱਚ, ਹਰੇਕ ਘਟ ਵਿੱਚ, ਸਾਰਿਆਂ ਵਿੱਚ, ਪੂਰ ਰਹੇ ਭਗਵਾਨ। ਪੂਰ ਰਹੇ ਭਗਵਾਨ ਭਾਵ ਪ੍ਰਮਾਤਮਾ ਸਾਰੀ ਜਗ੍ਹਾ ਤੇ ਆ ਮੌਜੂਦ ਆ, ਆ ਵਸਿਆ ਹੋਇਆ ਹੈ। ਹੋਵਤ ਆਏ ਸਦ ਸਦੀਵ, ਦੁਖ ਭੰਜਨ ਗੁਰ ਗਿਆਨ। ਪ੍ਰਮਾਤਮਾ ਸਦਾ ਤੋਂ ਹੀ ਹੋਵਤ ਆਏ, ਸਦਾ ਤੋਂ ਹੀ ਹੁੰਦਾ ਆਇਆ ਹੈ। ਕਿ ਉਹ ਸਦਾ ਤੋਂ ਹੀ ਹੋਂਦ ਵਾਲਾ ਰਿਹਾ ਹੈ। ਸਦ ਸਦੀਵ, ਜਦੋਂ ਤੋਂ ਇਹ ਜਗਤ ਬਣਿਆ, ਇਹ ਉਹ ਹੋਂਦ ਵਾਲਾ ਹੈ। ਉਸ ਵਾਹਿਗੁਰੂ ਦੀ ਹੋਂਦ ਕਦੀ ਖਤਮ ਨਹੀਂ ਹੁੰਦੀ, ਉਸ ਪਿਆਰੇ ਪਰਮੇਸ਼ਰ ਦੀ ਹੋਂਦ ਕਦੀ ਖਤਮ ਨਹੀਂ ਹੁੰਦੀ। ਉਸ ਪ੍ਰਭੂ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਉਹ ਆਦ ਸੱਚ, ਜੁਗਾਦ ਸੱਚ ਹੈ, ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ। ਦੁਨੀਆ ਰਵੇ ਨਾ ਰਵੇ, ਇਹ ਚੰਦ ਸੂਰਜ ਰਹਿਣ ਨਾ ਰਹਿਣ, ਲੇਕਿਨ ਮੇਰੇ ਨਿਰੰਕਾਰ ਨੂੰ, ਮੇਰੇ ਪਿਆਰੇ ਪ੍ਰੀਤਮ ਨੂੰ, ਉਸ ਪਰਮਾਤਮਾ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ। ਉਹ ਸਦੀਵ ਕਾਲ ਲਈ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਮੈਂ ਤਾਂ ਵੇਖਦਾ ਹਾਂ ਕਿ ਮੇਰਾ ਪਿਆਰਾ ਸਾਰਿਆਂ ਵਿੱਚ ਮੌਜੂਦ ਹੈ, ਹਰ ਵਿੱਚ ਆਪ ਵਸਿਆ ਹੋਇਆ ਹੈ। ਇੰਨੀ ਸੁਰਤ ਵਿਸ਼ਾਲ ਹੋ ਜਾਂਦੀ ਹੈ ਜਦੋਂ ਮਨ ਵਿੱਚ ਨਿਰੰਕਾਰ ਦਾ ਵਾਸਾ ਹੁੰਦਾ ਹੈ। ਸੁਰਤ ਇੰਨੀ ਵਿਸ਼ਾਲ ਹੋ ਜਾਂਦੀ ਹੈ ਕਿ ਉਹਨੂੰ ਹਰ ਵਿੱਚ, ਦੁਸ਼ਮਣ ਵਿੱਚ ਵੀ ਪਿਆਰਾ ਨਜ਼ਰ ਆਉਂਦਾ ਹੈ। ਖਿਆਲ ਕਰਿਓ, ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੰਗ ਦੇ ਮੈਦਾਨ ਵਿੱਚ ਲੜ ਰਹੇ ਹਨ। ਦੁਸ਼ਮਣ ਦਾ ਸਾਹਮਣਾ ਮੁਕਾਬਲਾ ਹੋ ਰਿਹਾ ਹੈ, ਪਰ ਜੰਗ ਦੇ ਮੈਦਾਨ ਵਿੱਚ ਲੜਦਿਆਂ ਲੜਦਿਆਂ ਜੇ ਕਿਸੇ ਵੈਰੀ ਦੀ, ਦੁਸ਼ਮਣ ਦੀ ਦਸਤਾਰ ਉਤਰ ਜਾਂਦੀ, ਪੱਗ ਉਤਰ ਜਾਂਦੀ, ਤਾਂ ਸਤਿਗੁਰੂ ਤਲਵਾਰ ਦਾ ਵਾਰ ਰੋਕ ਲੈਂਦੇ। ਇਹੋ ਹੀ ਗੱਲ ਕਹਿੰਦੇ, ਭਲੇ ਮਾਨਸ ਆਪਣੀ ਇੱਜ਼ਤ ਸੰਭਾਲ, ਮੈਂ ਤੇਰੀ ਇੱਜ਼ਤ ਉਤਾਰਨ ਲਈ ਜੰਗ ਦੇ ਮੈਦਾਨ ਵਿੱਚ ਨਹੀਂ ਆਇਆ। ਮੇਰੀ ਲੜਾਈ ਕੇਵਲ ਜ਼ੁਲਮ ਦੇ ਨਾਲ ਹੈ।
ये विशालता है, ये दायरा है। सब च भगवान नजर आता है। भाई कन्हैया जी पानी पिला रहे हैं। गुरु सिखा ने शिकायत की, पातशाह असी तीरां नाल दुश्मन नूं जख्मी करते हैं, धरती ते सुੱਟਦੇ हैं, कि पानी पिला के फिर कायम कर दिंदा है। ਤੇ ਜਦੋਂ गुरु गोबिंद सिंह महाराज सच्चे पातशाह ने गल पूछी, कहने लगे पातशाह मैं किसी दुश्मन नूं पानी नहीं पिलाया, मैनू तो हर मनुख विच तू ही नज़र आउंदा है, तू ही दिसदा है, मैं तो आप जी नूं पानी पिआउंदा हाँ। सतगुरु ने मरम पट्टी भी दी। ये विशालता है। नाम ਦੇ ਵਾਸਿਆ ਹੋਣ ਦੇ ਨਾਲ ਮੈਂ ਮੇਰੀ ਤੋਂ ਬੰਦਾ ਉੱਪਰ ਉੱਠ ਜਾਂਦਾ ਹੈ। ਜਦੋਂ ਨਾਮ ਅੰਦਰ ਚਲਾ ਜਾਂਦਾ ਹੈ, ਫਿਰ ਬੰਦਾ ਮੈਂ ਮੇਰੀ ਤੋਂ ਉੱਪਰ ਚਲਾ ਜਾਂਦਾ ਹੈ। ਮੇਰੀ ਖਤਮ ਹੋ ਜਾਂਦੀ ਹੈ। ਜਿਹੜੀ ਜਨਮ ਬਰਬਾਦ ਹੋ ਰਿਹਾ ਸੀ ਮੇਰੀ ਕਰਕੇ, ਉਹ ਜਨਮ ਮੁੱਕ ਜਾਂਦਾ ਹੈ, ਉਹ ਸੋਚ ਮੁੱਕ ਜਾਂਦੀ ਹੈ। तो सतगुरु जी कहते ने, हीरू घट घट सगल कै पूर रहे भगवान, होवत आए सद सदीव, दुख भंजन गुर ज्ञान। भी परमात्मा सदा तो ही कायम रहने वाला है, दुख दूर करने वाला है, दुख भंजन है। वो साडे जीवां दे दुखां दा नाश करता है। पर ये समझ कित्थों आउंदी है? गुरु के ज्ञान तो। गुर ज्ञान गुरु के ज्ञान तो, गुरु के उपदेश तो, गुरु की सिक्ख्या तो, गुरु के शब्द तो। ये गल की सिक्ख्या सानू उत्थों मिलती है कि परमात्मा सारियां दा ही भला करता है, दुख भंजन है, दुख दूर करने वाला है। तो देखो कितनी स्पष्ट गल गुरु सी ने सानू कही, सानू समझाई कि दुख भंजन केवल गुरु का ज्ञान है। दुख भंजन केवल परमात्मा का नाम है। असी दुख भंजन दरख्तां नूं समझ बैठे, साडे एडे भुलेखे बन गए, असी रुखां नूं दुख भंजन कह दिता, उन्हां दी पूजा शुरू कर दी। मैं बेनती करा, सतगुरु जी ने सारे गुरु ग्रंथ साहिब च किते भी नहीं लिखिया, किते कोई इहो शब्द नहीं मिलता कोई दरख्त दुख भंजन है। दरख्त नहीं, वाहिगुरू का नाम है, उसकी याद है। असी दुख भंजन के शब्द के अर्थ गलत कर ले। दुख भंजन गुरुद्वारे गुटका साहब बना दिते, दुख भंजनी गुटका, ब्याह शब्द दुख भंजन वाले हैं। प्यारिओ, बाणी का एक एक शब्द अंदर ठंड पाने वाला है। कोई विशेष शब्द चुन के असी उन्होंने पाठ करके उन्होंने दुख भंजन दुख भंजनी साहब कह दईए, ये बड़ी साड़ी छोटी सोच है। गुरु साहब तो कहते गुरु का ज्ञान जिथे हो जाए वो दुख भंजन है। गुरु का ज्ञान इस समझ कितों पैनी है? गुरु के ज्ञान तो की दुख भंजन भी वो परमात्मा सारिਆਂ ਦਾ नाश दुख नाश करने वाला है, दुख दूर करने वाला है। पर समझ ये सूझ गुरु के ज्ञान तो ही दिन मिलती है। गुरु का उपदेश ही समझ बख्शिश करता है, गुरु का उपदेश ही सानू ये गल समझाता है। तो सतगुरु जी अगे बचन करते हैं, हों छुटकै हुए आनंद ते हो नाही तै आप, हो छुटकै हुए आनंद ते हो नाही तै आप, हते दुख जन्मै मरण संत संग प्रताप। हो छुटके, हों दा अर्थ है मैं, मेरी, हंकार। हों दा मतलब होमे, ते हुए छुटके हुए आनंद, ते मतलब उस मनुख विच, किथे विच जिथे होमे दा खात्मा हो गया। दो चीज़ां कट्ठियां नहीं वसदियां। एक पासे होमे है, एक पासे निरंकार है। साडे अंदर होमे दा पर्दा है, होमे दी भीत है, होमे दी कंध है, उस जीवन के हर पक्ष ते आके खड़ी हो जाती है। छोटे छोटे काम दे विच असी उहदे च भी होमे दा प्रगटावा करते हैं। पर सतगुरु कहते हुए छुटकै, फिर होएगा कि कदों? जदों सारे जीवां विच परमात्मा दिखता मौजूद दिखता नजर आएगा। परमात्मा सदा होंद वाला पता प्रतीत हो जाएगा। जो समझ आ जाए कि जीवां दे दुख नाश करने वाला परमात्मा है। पर इस समझ गुरु के ज्ञान तो होनी है
ਤੇ ਫਿਰ ਸਤਿਗੁਰੂ ਜੀ ਅੱਗੇ ਵਚਨ ਕਰਦੇ ਹਨ, ਹੋਂ ਛੁਟ ਕੇ ਹੋਏ ਆਨੰਦ, ਆਨੰਦ ਤੇ ਹੋ ਨਾਹੀ ਤੈ ਆਪ, ਅਤੇ ਦੁਖ ਜਨਮੈ ਮਰਨ ਸੰਤ ਸੰਗ ਪ੍ਰਤਾਪ। ਪਿਆਰਿਆਂ ਦੀ ਸੰਗਤ ਕਰਕੇ, ਪ੍ਰਭੂ ਦੇ ਪਿਆਰ ਵਿੱਚ ਰੰਗਿਆਂ ਦੀ ਸੰਗਤ ਕਰਕੇ, ਉਹਨਾਂ ਦੀ ਸੰਗਤ ਕਰਕੇ, ਗੁਰੂ ਦੇ ਉਪਦੇਸ਼ ਦੇ ਨਾਲ ਮਨੁੱਖ ਦਾ ਜਨਮ ਮਰਨ ਦੇ ਦੁੱਖ ਨਾਸ਼ ਹੋ ਜਾਂਦੇ ਹਨ, ਅਤੇ ਦਰਦ ਖਤਮ ਹੋ ਜਾਣਾ, ਨਾਸ਼ ਹੋ ਜਾਣਾ। ਕੀ? ਜਨਮੈ ਮਰਨ, ਜਨਮ ਤੇ ਮਰਨ ਦਾ ਦੁੱਖ। ਸੰਸਾਰ ਵਿੱਚ ਦੋ ਦੁੱਖ ਸਭ ਤੋਂ ਵੱਡੇ ਮੰਨੇ ਗਏ ਹਨ, ਇੱਕ ਹੈ ਜਨਮ ਦਾ, ਇੱਕ ਹੈ ਮਰਨ ਦਾ। ਗੁਰੂ ਸਾਹਿਬ ਜੀ ਨੇ ਜੋ ਦੁੱਖਾਂ ਦੀ ਗੱਲ ਕੀਤੀ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇਹ ਜਿਹੜਾ ਮਲਾਲ ਰੱਖਦਾ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਦਾ ਹੈ, ਉੱਥੇ ਦੁੱਖਾਂ ਦੀ ਇਹੋ ਇੱਕ ਲਿਸਟ ਸਾਡੇ ਸਾਹਮਣੇ ਰੱਖੀ ਹੈ। ਕਿਉਂਕਿ ਜਨਮ ਨਾਲ ਵਿਛੋੜਾ ਹੋ ਜਾਂਦਾ ਹੈ, ਕਿਹਦੇ ਨਾਲੋਂ? ਆਪਣੇ ਮੂਲ ਨਾਲੋਂ, ਆਪਣੇ ਪਿਆਰੇ ਨਾਲੋਂ, ਪ੍ਰੀਤਮ ਨਾਲੋਂ। ਇਹ ਵਿਛੋੜੇ ਦਾ ਦੁੱਖ ਹੈ, ਜਨਮ ਦਾ ਦੁੱਖ ਹੈ। ਕੀ ਦੁੱਖ ਹੈ? ਕਿ ਸਾਡਾ ਉਸ ਪਿਆਰੇ ਪ੍ਰੀਤਮ ਨਾਲੋਂ ਵਿਛੋੜਾ ਹੋ ਜਾਂਦਾ ਹੈ। ਤਾਂ ਸਤਿਗੁਰੂ ਜੀ ਜਿਹੜੇ ਬਚਨ ਕਰਦੇ ਹਨ, ਕਹਿੰਦੇ ਨੇ, ਹੋਂ ਛੁਟ ਕੇ ਹੋਏ ਆਨੰਦ ਤੇ ਹੋਂ ਨਾਹੀ ਤੈ ਆਪ, ਅਤੇ ਦੁਖ ਜਨਮੈ ਮਰਨ ਸੰਤ ਸੰਗ ਪ੍ਰਤਾਪ। ਕਿ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਕੇ, ਗੁਰੂ ਦੇ ਉਪਦੇਸ਼ ਨਾਲ ਜਨਮ ਮਰਨ ਦੇ ਦੁੱਖ ਨਾਸ਼ ਹੋ ਜਾਂਦੇ ਹਨ, ਮਨੁੱਖ ਦੀ ਹਉਮੈ ਮੁੱਕ ਜਾਂਦੀ ਹੈ, ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ, ਮਨ ਵਿੱਚ ਹਉਮੈ ਦਾ ਖਾਤਮਾ ਹੋ ਜਾਂਦਾ ਹੈ, ਉੱਥੇ ਪ੍ਰਭੂ ਆਪ ਆ ਕੇ ਵਸਦਾ ਹੈ। ਉਸ ਗੱਲ ਸਮਝ ਵਿੱਚ ਆਉਣ ਵਾਲੀ ਕੀ ਹੈ ਕਿ ਜਦੋਂ ਹੋ ਨਾਹੀ ਤਾਂ ਆਪ ਦਾ ਮਤਲਬ ਕੀ ਹੈ? ਜਿੱਥੇ ਹਉਮੈ ਖਤਮ ਹੋਏਗੀ, ਉੱਥੇ ਨਿਰੰਕਾਰ ਦਾ ਵਾਸਾ ਹੋਏਗਾ। ਇਹ ਭੀਤ ਕਰਾਰੀ ਜਿਹੜੀ ਹੈ, ਇਹ ਨਿਰੰਕਾਰ ਦਾ ਵਾਸਾ ਨਹੀਂ ਹੋਣ ਦਿੰਦੀ, ਪ੍ਰੀਤਮ ਦਾ ਵਾਸਾ ਨਹੀਂ ਹੋਣ ਦਿੰਦੀ, ਨਿਰੰਕਾਰ ਦੇ ਦੇਸ਼ ਦੀਆਂ ਉਡਾਰੀਆਂ ਨਹੀਂ ਲਾਉਣ ਦਿੰਦੀ। ਤੇ ਸਤਿਗੁਰੂ ਜੀ ਕਹਿੰਦੇ ਨੇ, ਜਿੱਥੇ ਇਹਦਾ ਖਤਮ ਹੋ ਜਾਏਗਾ, ਉੱਥੇ ਨਿਰੰਕਾਰ ਦਾ ਵਾਸਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਬ ਹਮ ਹੋਤੇ, ਜਦੋਂ ਮੈਂ ਸੀ, ਮੇਰੀ ਸੀ, ਉਦੋਂ ਤੂੰ ਨਹੀਂ ਸੀ, ਤੇਰਾ ਦੀਦਾਰ ਨਹੀਂ ਹੋ ਸਕਦਾ ਸੀ। ਪਰ ਹੁਣ ਤੂੰ ਹੈ, ਇਸ ਵਾਸਤੇ ਹੁਣ ਮੇਰੇ ਅੰਦਰ ਹੋ ਨਹੀਂ ਹੈ। ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ, ਜਾਂ ਨਿਰੰਕਾਰ ਦਾ ਦਰ ਤੇ ਜਾਂ ਹਉਮੈ, ਇਕੱਠੀਆਂ ਨਹੀਂ ਰਹਿ ਸਕਦੀਆਂ। ਹਉਮੈ ਜਾਏਗੀ ਤੇ ਪ੍ਰੀਤਮ ਦੀ ਗੱਲ ਸਮਝ ਆਏਗੀ, ਜੇ ਹਉਮੈ ਨਹੀਂ ਗਈ ਤਾਂ ਵਿਛੋੜੇ ਦਾ ਦੁੱਖ ਸਤਾਉਂਦਾ ਰਹੇਗਾ। ਸਤਿਗੁਰੂ ਕਹਿੰਦੇ ਨੇ, ਹੋ ਨਾਹੀ ਤੈ ਆਪ, ਉੱਥੇ ਤੇਰਾ ਵਾਸਾ ਹੈ। ਫਿਰ ਕੀ ਹੋਏਗਾ? ਜਦੋਂ ਹੋ ਜਾਏ, ਫਿਰ ਹਤੇ ਦੁਖ ਜਨਮ ਮਰਨ ਸੰਤ ਸੰਗ ਪ੍ਰਤਾਪ। ਹਿਤ ਕਰ ਨਾਮ ਦਿੜੇ ਦਿਆਲਾ, ਸੰਤੈ ਸੰਗ ਹੋਤ ਕਿਰਪਾਲਾ। ਹਿਤ ਦਾ ਅਰਥ ਹੈ ਪਿਆਰ। ਹਿਤ ਦਾ ਅਰਥ ਕੀ ਹੈ? ਪਿਆਰ। ਅਸੀਂ ਆਮ ਬੋਲੀ ਵਿੱਚ ਵੀ ਲਫ਼ਜ਼ ਬੋਲਦੇ ਹਾਂ, ਉਹਨੂੰ ਫਲਾਣੇ ਨਾਲ ਬੜਾ ਹਿੱਤ ਹੈ। ਜਿੰਨਾ ਹਿੱਤ ਦੁਨੀਆ ਦੇ ਪਦਾਰਥਾਂ ਨਾਲ ਕਰਦਾ ਢੋਲੇ, ਇੰਨਾ ਹਿੱਤ ਕਹਿੰਦੇ ਨਿਰੰਕਾਰ ਨਾਲ ਕਰਕੇ ਦੇਖ। ਜਿੰਨਾ ਹਿੱਤ ਅਸੀਂ ਦੁਨੀਆ ਦੇ ਪਦਾਰਥਾਂ ਨਾਲ ਕਰਦੇ ਹਾਂ, ਪਰਿਵਾਰ ਨਾਲ ਕਰਦੇ ਹਾਂ, ਅਸੀਂ ਸੰਸਾਰ ਨਾਲ ਕਰਦੇ ਹਾਂ, ਜਿੰਨਾ ਹਿੱਤ ਸਾਡਾ ਸੰਸਾਰੀਆਂ ਦੇ ਨਾਲ ਹੈ, ਕਦੀ ਨਿਰੰਕਾਰ ਨਾਲ ਉਹਨਾਂ ਹਿੱਤ ਬਣ ਜਾਏ ਤੇ ਗੱਲ ਬਣ ਜਾਏ। ਪਰ ਸਤਿਗੁਰੂ ਜੀ ਇੱਥੇ ਵੀ ਗੱਲ ਕਹਿੰਦੇ ਨੇ, ਹਿੱਤ ਕਰ। ਜਿਹੜਾ ਮਨੁੱਖ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਪ੍ਰੇਮ ਨਾਲ, ਹੁਣ ਇੱਥੇ ਲਫ਼ਜ਼ ਪ੍ਰੇਮ ਨਾਲ ਹੈ, ਹਿੱਤ ਕਰ, ਕੀ ਕਰੇ? ਨਾਮ ਦਿੜੇ ਦੇ ਆਲਾ, ਉਸ ਦਿਆਲੂ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿੱਚ ਪੱਕਾ ਕਰਦਾ ਹੈ। ਪ੍ਰਭੂ ਤਾਂ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਬਖਸ਼ਾ ਕਰਨ ਵਾਲਾ ਹੈ, ਉਹ ਦਾਤਾ ਦੇਣ ਵਾਲਾ ਹੈ, ਉਹ ਕਿਰਪਾ ਦਾ ਘਰ ਹੈ, ਉਹ ਪਰਮਾਤਮਾ ਬੇਅੰਤ ਹੈ। ਪਰ ਕੀ? ਪਿਆਰ ਨਾਲ ਹੁਣ ਸ਼ਰਤ ਰੱਖ ਦਿੱਤੀ ਹਿੱਤ ਕਰਦੀ। ਸੱਚਮੁੱਚ ਹਿੱਤ ਕਰਕੇ ਅਸੀਂ ਪਿਆਰ ਵਾਹਿਗੁਰੂ ਦਾ ਨਾਮ ਜਪਦੇ ਹਾਂ। ਕਿਤੇ ਖਿਆਲ ਕਰਕੇ ਦੇਖੀਏ
ਰੋਜ਼ਾਨਾ ਸਾਡੇ ਜੀਵਨ ਦੀ ਚਾਲ ਵਿੱਚ ਵੀ ਅਸੀਂ ਬੱਧਾ ਚੱਟੀ ਤਾਂ ਨਹੀਂ ਭਰ ਰਹੇ ਕਿ ਸਾਨੂੰ ਸੱਚਮੁੱਚ ਅੰਦਰ ਪਿਆਰ ਹੈ। ਇਹ ਤਾਂ ਸਚਿਆਰ ਬਣਨ ਲਈ ਪਿਆਰ ਹੋਣਾ ਬੜਾ ਜ਼ਰੂਰੀ ਹੈ। ਸਚਿਆਰ ਨਿਰੰਕਾਰ ਦੇ ਘਰ ਵਿੱਚ ਸਚਿਆਰ ਬਣਨ ਦੇ ਲਈ ਅੰਦਰੋਂ ਸਾਫ਼ ਹੋਣਾ ਬੜਾ ਜ਼ਰੂਰੀ ਹੈ। ਜਿਨ੍ਹਾਂ ਦੀ ਮੁਹੱਬਤ ਉੱਤੋਂ ਉੱਤੋਂ ਹੈ, ਦਿਖਾਵੇ ਮਾਤਰ ਹੈ, ਬਾਹਰਮੁਖੀ ਹੈ, ਉਹ ਨਿਰੰਕਾਰ ਦੇ ਦੇਸ਼ ਦੀ ਸੈਰ ਨਹੀਂ ਕਰ ਸਕਦੇ, ਭਾਵ ਆਨੰਦ ਨਹੀਂ ਲੈ ਸਕਦੇ। ਇੱਥੇ ਤਾਂ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਪਰ ਦੂਜੇ ਪਾਸੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਇੱਥੇ ਇਹ ਪੋਜੀਸ਼ਨ ਹੈ। ਇੱਥੇ ਨਿਰੰਕਾਰ ਦੀ ਹਿੱਤ ਕਰਕੇ ਬੰਦਗੀ ਹੈ। ਪ੍ਰੇਮ ਹੋਣਾ ਚਾਹੀਦਾ ਉਹਦੇ ਚ ਮਨ ਹੋਣਾ ਚਾਹੀਦਾ ਹੈ, ਧਿਆਨ ਹੋਣਾ ਚਾਹੀਦਾ ਹੈ, ਬੋਲਾਂ ਵਿੱਚ ਵੀ ਪ੍ਰੇਮ ਹੋਣਾ ਚਾਹੀਦਾ ਹੈ, ਸਾਡੇ ਦੇਖ ਤੱਕਣੀ ਵਿੱਚ ਵੀ ਪ੍ਰੇਮ ਹੋਣਾ ਚਾਹੀਦਾ ਹੈ, ਸਾਡੇ ਸੁਣਨ ਵਿੱਚ ਵੀ ਪ੍ਰੇਮ ਨਾਲ ਹੋਣਾ ਚਾਹੀਦਾ ਹੈ। ਜਦ ਤੱਕ ਇਹ ਹਿੱਤ ਸਾਡੇ ਅੰਦਰ ਨਹੀਂ ਆਉਂਦਾ, ਨਿਰੰਕਾਰ ਨਾਲ ਪਿਆਰ ਵੀ ਨਹੀਂ ਬਣ ਸਕਦਾ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਹਤੇ ਦੁਖ ਜਨਮੈ ਮਰਨ ਸੰਤ ਸੰਗ ਪ੍ਰਤਾਪ, ਹਿਤ ਕਰ ਨਾਮ ਦਿੜੇ ਦਿਆਲਾ, ਸੰਤਾਂ ਸੰਗ ਹੋਤ ਕਿਰਪਾਲਾ। ਵੀ ਜਦੋਂ ਸੰਤਾਂ ਸੰਗ, ਸਤ ਸੰਗੀਆਂ ਦੀ ਸੰਗਤ, ਗੁਰਮੁਖ ਪਿਆਰਿਆਂ ਦੀ ਸੰਗਤ, ਜਦੋਂ ਮਨੁੱਖ ਵਾਹਿਗੁਰੂ ਦਾ ਨਾਮ ਨੂੰ ਸੰਗਤ ਵਿੱਚ ਬੈਠ ਕੇ, ਸੰਗਤ ਵਿੱਚ ਰਹਿ ਕੇ ਪ੍ਰੇਮ ਨਾਲ ਦਿਆਲੂ ਪ੍ਰਭੂ ਦਾ ਨਾਮ, ਕਿਉਂਕਿ ਉਹ ਦਿਆਲੂ ਹੈ, ਪਰਮੇਸ਼ਰ ਦਿਆਲੂ ਹੈ, ਦਇਆ ਦਾ ਘਰ ਹੈ, ਦਇਆ ਦਾ ਸੋਮਾ ਹੈ, ਉਹ ਕਰੁਣਾਲਿਆ ਹੈ, ਉਹ ਕਰੁਣਾ ਦਾ ਘਰ ਹੈ, ਉਹ ਦਇਆ ਦਾ ਸੋਮਾ ਹੈ, ਉਹ ਦਇਆ ਕਰਨਗ ਦੁੱਖ ਹਰਨੰਗ, ਉਚਰੰਗ ਨਾਮ ਕੀਰਤਨ ਹੈ, ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਜੈਸਰੀ ਦੀ ਵਾਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਲੋਕ ਹੈ। ਦਇਆ ਕਰਨੰਗ ਦੁੱਖ ਹਰਨੰਗ, ਉਚਰਨੰਗ ਨਾਮ ਕੀਰਤਨ ਹੈ, ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਭਾ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਭਾ ਬਲੰਦੜੀ ਅੱਗ ਬੁਝ ਗਈ, ਬਲਦੀ ਹੋਈ ਅੱਗ ਦੇ ਭਾਂਬੜ ਸੀ, ਤ੍ਰਿਸ਼ਨਾ ਦੇ ਮੁੱਕ ਗਏ। ਕਿਉਂ? ਕਿ ਹਿੱਤ ਕਰਕੇ, ਪਿਆਰ ਕਰਕੇ, ਮੁਹੱਬਤ ਕਰਕੇ ਉਸ ਪਿਆਰੇ ਦੇ ਗੁਣ ਗਾਏ ਹਨ। ਤਾਂ ਇੱਕ ਸ਼ਰਤ ਹੈ ਜੀ, ਜਿਹੜੀ ਗੁਰੂ ਸਾਹਿਬ ਜੀ ਨੇ ਲਾ ਦਿੱਤੀ, ਵੀ ਨਾਮ ਜਪਣਾ ਤਾਂ ਹਿੱਤ ਕਰਕੇ ਜਪ। ਜੇ ਹਿੱਤ ਕਰਕੇ ਜਪੇਗਾ ਫਿਰ ਤੇਰੇ ਤੇ ਕਿਰਪਾ ਹੋਏਗੀ, ਤੇਰੇ ਤੇ ਬਖਸ਼ਿਸ਼ ਹੋਏਗੀ, ਤੇਰੇ ਤੇ ਰਹਿਮਤ ਹੋਏਗੀ। ਕਿਹੜੀ ਰਹਿਮਤ ਹੋਏਗੀ? ਕੀ ਹੋਏਗੀ? ਜਿਹਦੇ ਤੇ ਪ੍ਰਭੂ ਆਪ ਕਿਰਪਾ ਕਰ ਦੇਵੇ, ਆਪ ਬਖਸ਼ਿਸ਼ ਕਰ ਦੇਵੇ। ਉਹਦੇ ਤੇ ਕੀ ਹੁੰਦਾ? ਹੋਤ ਕਿਰਪਾਲਾ, ਪ੍ਰਭੂ ਕਿਰਪਾ ਕਰਦਾ ਹੈ, ਆਪਣੀ ਦਇਆ ਧਾਰਦਾ ਹੈ, ਆਪਣੀ ਬਖਸ਼ਿਸ਼ ਕਰਦਾ ਹੈ। ਕਿਹਨਾਂ ਉੱਤੇ? ਸੰਤਾਂ ਸੰਗ, ਜਿਹੜੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਬੈਠਦੇ ਹਨ, ਸੰਤਾਂ ਦੀ ਸੰਗਤ ਵਿੱਚ ਬੈਠਦੇ ਹਨ, ਪ੍ਰਭੂ ਦੇ ਪਿਆਰ ਵਿੱਚ ਰੰਗੇ ਜਾਂਦੇ ਹਨ, ਉਹਨਾਂ ਤੇ ਪ੍ਰਭੂ ਕਿਰਪਾਲ ਹੁੰਦਾ ਹੈ, ਉਹਨਾਂ ਤੇ ਪ੍ਰਭੂ ਬਖਸ਼ਿਸ਼ ਕਰਦਾ ਹੈ, ਉਹਨਾਂ ਤੇ ਆਪਣੀ ਮਿਹਰ ਦਾ ਹੱਥ ਰੱਖਦਾ ਹੈ, ਉਹਨਾਂ ਨੂੰ ਆਪਣੀ ਦ੍ਰਿਸ਼ਟੀ ਅੰਦਰ ਲੈ ਆਉਂਦਾ ਹੈ, ਉਹਨਾਂ ਦੀ ਤੱਕਣੀ ਵਿੱਚ, ਪ੍ਰਭੂ ਦੀ ਤੱਕਣੀ ਵਿੱਚ ਉਹਨਾਂ ਤੇ ਬਖਸ਼ਿਸ਼ ਦਾ ਹੱਥ ਨਜ਼ਰ ਰੱਖੀ ਜਾਂਦੀ ਹੈ, ਹੱਥ ਰੱਖਿਆ ਜਾਂਦਾ ਹੈ। ਕਿਹਨਾਂ ਦੇ ਉੱਤੇ? ਹਿਤਕਾਰ, ਜਿਨ੍ਹਾਂ ਨੇ ਹਿੱਤ ਕਰਕੇ ਨਾਮ ਨੂੰ ਦ੍ਰਿੜ ਕੀਤਾ, ਪਿਆਰ ਨਾਲ ਭੇਜ ਕੇ, ਅੰਦਰੋਂ ਬਾਹਰੋਂ ਨਹੀਂ। ਇਹ ਜੀਉ ਨਿਰਮਲ ਬਾਹਰੋਂ ਨਿਰਮਲ ਦੀ ਗੱਲ ਨਹੀਂ ਹੈ। ਇਹ ਕੇਵਲ ਜੀਉ ਮੈਲੇ ਬਾਹਰੋਂ ਨਿਰਮਲ ਦੀ ਨਹੀਂ, ਇਹ ਜੀਉ ਨਿਰਮਲ ਬਾਹਰੋਂ ਨਿਰਮਲ ਦੀ ਅਵਸਥਾ ਹੈ। ਅੰਦਰੋਂ ਭਿੱਜ ਕੇ ਪੜਨਾ। ਬਾਣੀ ਜਦੋਂ ਪੜ੍ਹੀਏ ਸੱਚਮੁੱਚ ਅੰਦਰੋਂ ਆਨੰਦ ਆਵੇ, ਭਿੱਜ ਜਾਏ ਮਨ, ਉਹਦੇ ਨਾਲ ਪਿਆਰ ਬਣ ਜਾਏ, ਫਿਰ ਰਹਿ ਨਾ ਸਕੇ ਬੰਦਾ। ਇਹੋ ਗੱਲ ਕਹੇ, ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵੈ ਚੱਲੇ ਜੀਓ। ਹੁਣ ਬੰਦਾ ਅੰਦਰੋਂ ਤੜਫ ਕੇ ਗੱਲ ਕਵੇ, ਗੁਰੂ ਕਿੱਥੇ ਹੈ? ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ, ਮੇਰਾ ਤੇਰੇ ਦਰਸ਼ਨ ਕਰਨਾ ਚਾਹੁੰਦਾ ਹਾਂ, ਦਿਨ ਰਾਤ ਮੈਂ ਤੜਫ ਰਿਹਾ ਹਾਂ। ਕਰੇ ਤਰਲਾ ਉਹਦੇ ਅੱਗੇ, ਦਰਸ਼ਨ ਪਿਆਸੀ ਦਿਨ ਰਾਤ, ਚਿਤਮੂ ਅੰਦਰ ਨੀਤ,
खोल कपट गुर मिलिया, नानक हर संग मीत। आवाज मारे, सुन यार हमारे सज्जन, एक करूं बिनंतिया, तिस मोहन लाल प्यारे हो फिरूं खुजंतिया। तिस दस प्यारे सिर धरी उतारे, एक भूरी दर्शन दीजै। नैन हमारे रंग रंगारे, एक तिल भी ना तरीजे। प्रभ सो मन लीना, ज्यों जल मीना, चातरक जिवें तसंतिया। जन नानक गुरपूरा पाया, सगली तिखा बुझंतिया। ਇਹ ਹਿੱਤ ਕਰ ਹੈ। ਜਦੋਂ ਹਿੱਤ ਬਣਦਾ ਫਿਰ ਬੰਦਿਆਂ ਦੀ ਤੜਫ ਪੈਦਾ ਹੁੰਦੀ ਹੈ, ਮਿਲਾਪ ਦੀ। ਪਿਆਰ ਹੋਵੇ ਨਾ ਕਿਸੇ ਦੇ ਨਾਲ, ਦੁਨੀਆ ਵਿੱਚ ਵੀ ਦੇਖਦੇ ਹਾਂ, ਸੰਸਾਰ ਵਿੱਚ ਵੀ ਦੇਖਦੇ ਹਾਂ, ਜਿਹਦੇ ਨਾਲ ਸਾਡਾ ਪਿਆਰ ਹੋਵੇ ਉਹਦਾ ਵਿਛੋੜਾ ਬੜਾ ਔਖਾ ਹੋ ਜਾਂਦਾ ਹੈ, ਉਹਦੇ ਨਾਲ ਵਿਛੜਨਾ ਵੀ ਬੜਾ ਔਖਾ ਲੱਗਦਾ ਹੈ, ਉਹਦੇ ਨਾਲ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰੀਦੀਆਂ ਹਨ। ਜਦੋਂ ਪਰਮੇਸ਼ਰ ਨਾਲ ਪਿਆਰ ਹੋ ਜਾਏ ਤੇ ਪਰਮੇਸ਼ਰ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਅਸੀਂ ਕਰ ਸਕਦੇ ਹਾਂ, ਦਿਲ ਦੀਆਂ ਗੱਲਾਂ ਵੀ ਉਹਦੇ ਨਾਲ ਸਾਂਝੀਆਂ ਕਰ ਸਕਦੇ ਹਾਂ। ਪਰ ਸ਼ਰਤ ਕੀ ਹੈ? ਹਿਤ ਕਰ ਨਾਮ ਦ੍ਰਿੜੈ ਦਿਆਲਾ, ਸੰਤਾਂ ਸੰਗ ਹੋਤ ਕਿਰਪਾਲਾ। ਵਾਹਿਗੁਰੂ ਕਿਰਪਾ ਕਰਦਾ ਹੈ, ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਵਾਹਿਗੁਰੂ ਕਿਰਪਾ ਕਰਦਾ ਹੈ, ਵਾਹਿਗੁਰੂ ਬਖਸ਼ਿਸ਼ ਦੇ ਘਰ ਵਿੱਚ ਲੈ ਆਉਂਦਾ ਹੈ, ਨਦਰੀ ਨਜ਼ਰ ਨਿਹਾਲ ਕਰ ਦਿੰਦਾ ਹੈ, ਵਾਹਿਗੁਰੂ ਦਾ ਬਖਸ਼ਿਸ਼ ਦੇ ਘਰ 'ਚ ਲੈ ਆਉਂਦਾ ਹੈ। ਸਤਿਗੁਰੂ ਕਹਿੰਦੇ ਸੰਤਾਂ ਸੰਗ ਹੋਤ ਕਿਰਪਾਲਾ। ਫਿਰ ਅੱਗੇ ਪਾਤਸ਼ਾਹ ਜੀ ਆਖਰੀ ਪੰਕਤੀਆਂ 'ਚ ਕਹਿੰਦੇ ਨੇ, ਉਰੈ ਕਛੂ ਨ ਕਿਨਹੂ ਕੀਆ, ਨਾਨਕ ਸਭ ਕਛ ਪ੍ਰਭ ਤੇ ਹੁਆ। ਉਰੈ, ਉਰੇ ਦਾ ਅਰਥ ਹੈ ਪਰਮੇਸ਼ਰ ਤੋਂ ਬਿਨਾਂ, ਪਰਮੇਸ਼ਰ ਤੋਂ ਬਗੈਰ ਹੋਰ ਕੋਈ। ਅਸੀਂ ਕਹਿੰਦੇ ਹਾਂ ਦੂਰ ਹੈ ਤੇ ਨੇੜੇ ਹੈ, ਪਰ ਪਰਮੇਸ਼ਰ ਤੋਂ ਪਹਿਲਾਂ ਹੋਰ ਕੋਈ ਨਹੀਂ ਹੈ। ਉਰੈ ਕਛੂ ਨ ਕਿਨਹੂ ਕੀਆ, ਨਾਨਕ ਸਭ ਕਛ ਪ੍ਰਭ ਤੇ ਹੁਆ। ਜਦੋਂ ਪ੍ਰਭੂ ਕਿਰਪਾਲ ਹੁੰਦਾ ਹੈ, ਦਿਆਲ ਹੁੰਦਾ ਹੈ, ਫਿਰ ਉਸ ਮਨੁੱਖ ਦਾ ਵਿਸ਼ਵਾਸ ਬਣ ਜਾਂਦਾ ਹੈ, ਭਰੋਸਾ ਬਣ ਜਾਂਦਾ ਹੈ ਕਿ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਕੁਝ ਵੀ ਕਰਨ ਜੋਗਾ ਨਹੀਂ। ਪੂਰਾ ਪਰਮਾਤਮਾ ਤੋਂ ਬਿਨਾਂ ਕਛ ਨਾ ਕਿਨਹੂ ਕੀਆ, ਕੁਛ ਨਹੀਂ ਕੋਈ ਕਰ ਸਕਦਾ। ਮਨੁੱਖ ਦੇ ਹੱਥ ਕੀ ਹੈ? ਕੁਛ ਵੀ ਨਹੀਂ ਹੈ। ਜੋ ਕੁਝ ਕਰਨਾ ਹੋ ਮੇਰੇ ਮਾਲਕ ਨੇ ਕਰਨਾ ਹੈ। ਫਿਰ ਉਹ ਕਹਿੰਦਾ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਭਾਵ ਉਹ ਕੇਵਲ ਉਹਦਾ ਆਧਾਰ ਇੱਕ ਪਰਮਾਤਮਾ ਬਣ ਜਾਂਦਾ ਹੈ। ਉਹ ਕਿਸੇ ਹੋਰ ਦੇ ਦਰ ਤੇ ਜਾਂਦਾ ਹੀ ਨਹੀਂ, ਕਿਸੇ ਹੋਰ ਤੋਂ ਮੰਗਦਾ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜਿਹੜਾ ਮਨੁੱਖ ਹਿੱਤ ਕਰਕੇ ਨਾਮ ਜਪਦਾ ਹੈ ਤੇ ਜਿਹੜੇ ਉੱਤੇ ਪ੍ਰਭੂ ਕਿਰਪਾਲ ਹੋ ਜਾਂਦਾ ਹੈ, ਉਹਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪਰਮਾਤਮਾ ਤੋਂ ਬਿਨਾਂ ਉਰੇ ਹੋਰ ਕੋਈ ਕੁਝ ਕਰਨ ਜੋਗਾ ਹੀ ਨਹੀਂ ਹੈ। ਮੈਂ ਹੋਰ ਕਿਸੇ को क्यों ਮੰਗਾ, ਕਿਸੇ ਦਰ ਤੇ ਕਿਉਂ ਜਾਵਾਂ, ਜਦ ਕਿ ਮੇਰਾ ਸਭ ਕੁਝ ਤੂੰ ਹੀ ਹੈ, ਮੇਰਾ ਸਭ ਕੁਝ ਤੂੰ ਹੀ ਹੈ। ਮੈਂ ਕਿੱਥੇ ਜਾਵਾਂ? ਉਰੇ ਦਾ ਮਤਲਬ ਹੋਰ ਟਿਕਾਣਾ, ਪਹਿਲਾਂ ਪਰਮਾਤਮਾ ਤੋਂ ਬਿਨਾਂ। ਕਛੂ ਨਾ ਕਿਨਹੂ ਕੀਆ, ਵੀ ਕੋਈ ਕੁਝ ਕਰ ਨਹੀਂ ਸਕਦਾ, ਕੋਈ ਕੁਝ ਕਰਨ ਜੋਗਾ ਹੀ ਨਹੀਂ ਹੈ। ਫਿਰ ਸਤਿਗੁਰੂ ਜੀ ਕਹਿੰਦੇ, ਨਾਨਕ ਸਭ ਕਛ ਪ੍ਰਭ ਤੇ ਹੁਆ। ਇਹ ਸਾਰਾ ਜਗਤ, ਹੈ ਨਾਨਕ, ਇਹ ਸਾਰਾ ਜਗਤ, ਸਭ ਕੁਝ ਦਾ ਮਤਲਬ ਜੋ ਦਿਸਦਾ ਹੈ, ਜੋ ਅਨ ਦਿਸਦਾ ਹੈ, ਜੋ ਦਿਸਦਾ ਪਸਾਰਾ ਹੈ, ਅਨ ਦਿਸਦਾ ਪਸਾਰਾ ਹੈ, ਇਹ ਜਗਤ ਦਾ ਸਾਰਾ ਆਕਾਰ ਜੋ ਬਣਿਆ ਹੈ, ਇਹ ਪ੍ਰਭੂ ਤੇ ਪ੍ਰਭ ਤੇ ਹੁਆ। ਇਹ ਪਰਮਾਤਮਾ ਤੋਂ ਹੀ ਪ੍ਰਗਟ ਹੋਇਆ ਹੈ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸ਼ਕਤੀ ਇਹਨੂੰ ਪ੍ਰਗਟ ਕਰਨ ਵਾਲੀ ਨਹੀਂ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਤਾਕਤ ਨਹੀਂ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਸਰੀ ਸ਼ਕਤੀ ਨਹੀਂ। ਨਾ ਹੀ ਉਹਦਾ ਕੋਈ ਸ਼ਰੀਕ ਹੋ ਸਕਦਾ ਹੈ, ਨਾ ਹੀ ਉਹਦੇ ਬਰਾਬਰ ਦੀ ਕੋਈ ਹਸਤੀ ਹੈ, ਨਾ ਹੀ ਉਸ ਨਿਰੰਕਾਰ ਦੇ ਬਰਾਬਰ ਦਾ ਕੋਈ ਹੋਰ ਪੈਦਾ ਕਰਨ ਵਾਲਾ ਹੋ ਸਕਦਾ ਹੈ। ਉਹੀ ਪਾਲਣਾ ਕਰਨ ਵਾਲਾ ਹੈ, ਉਹੀ ਪਾਲਣਾ ਰਿਜ਼ਕ ਦੇਣ ਵਾਲਾ ਹੈ, ਉਹੀ ਪਰਮੇਸ਼ਰ ਸ਼ਿੰਗਾਰ ਕਰਨ ਵਾਲਾ ਹੈ। ਪਰ ਯਕੀਨ ਕਿਹਨੂੰ ਆਉਂਦਾ ਹੈ, ਵਿਸ਼ਵਾਸ ਕਿਸ ਨੂੰ ਆਉਂਦਾ ਹੈ? ਜਿਹਨੇ ਹਿੱਤ ਕਰਕੇ ਵਾਹਿਗੁਰੂ ਦਾ ਨਾਮ ਜਪਿਆ ਹੈ, ਵਾਹਿਗੁਰੂ ਦੇ ਨਾਮ ਵਿੱਚ ਆਪਣੀ ਸੁਰਤ ਜੋੜੀ ਹੈ। ਸਤਿਗੁਰੂ ਜੀ ਫਿਰ ਸਾਨੂੰ ਸਮਝਾਉਂਦੇ ਨੇ, ਬਈ ਪਰਮੇਸ਼ਰ ਦਿਆਲੂ ਹੈ, ਪਰਮੇਸ਼ਰ ਬੇਅੰਤ ਹੈ, ਉਹ ਕਿਰਪਾਲੂ ਹੈ। ਜਦੋਂ
ਤੋ ਇਸ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਸਾਨੂੰ ਜਿਹੜੀ ਗੱਲ ਸਮਝਾਉਂਦੇ ਨੇ, ਕਹਿੰਦੇ ਵੀ ਜਦੋਂ ਰਸਨਾ ਦੁਆਰਾ ਨਾਮ ਜਪਣ ਨਾਲ ਸਹਿਜੇ ਸਹਿਜੇ ਇਹ ਨਾਮ ਮਨ ਵਿੱਚ ਆ ਵਸਦਾ ਹੈ ਅਤੇ ਸੱਚਾ ਸੁਖ ਪ੍ਰਾਪਤ ਹੋ ਜਾਂਦਾ ਹੈ, ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਜਗਿਆਸੂ ਅਕਾਲ ਪੁਰਖ ਨੂੰ ਪਿਆਰ ਨਾਲ ਜਪਦਾ ਹੈ, ਮੁਹੱਬਤ ਨਾਲ ਜਪਦਾ ਹੈ, ਅੰਦਰੋਂ ਜਪਦਾ ਹੈ, ਉਹ ਹਰੇਕ ਆਤਮਾ ਵਿੱਚ ਪ੍ਰਭੂ ਨੂੰ ਵਸਦਾ ਹੋਇਆ ਵੇਖਦਾ ਹੈ, ਹਰੇਕ ਥਾਂ ਤੇ ਪਰਮੇਸ਼ਰ ਦਾ ਦੀਦਾਰ ਕਰਦਾ ਹੈ। ਉਹ ਫਿਰ ਹਉ ਤੋਂ ਮੁਕਤ ਹੋ ਜਾਂਦਾ ਹੈ, ਹਉਮੈ ਤੋਂ ਮੁਕਤ ਹੋ ਜਾਂਦਾ ਹੈ। ਉਸ ਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਸੰਸਾਰ ਵਿੱਚ ਸਭ ਕੁਝ ਮੇਰੇ ਪੂਰੇ ਪ੍ਰਭੂ ਦਾ ਹੀ ਕੀਤਾ ਹੋਇਆ ਵਰਤ ਰਿਹਾ ਹੈ ਤੇ ਪ੍ਰਭੂ ਤੋਂ ਬਿਨਾਂ ਹੋਰ ਕੋਈ ਸ਼ਕਤੀ ਜਾਂ ਹੋਰ ਕੋਈ ਤਾਕਤ ਨਹੀਂ ਜੋ ਇਸ ਸੰਸਾਰ ਵਿੱਚ ਕੁਝ ਕਰ ਸਕਦੀ ਹੋਵੇ, ਕੁਝ ਬਣਾ ਸਕਦੀ ਹੋਵੇ। ਇਹ ਤਾਂ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੇ ਜੇ ਕਰ ਸਕੀਏ, ਆਪਣਾ ਕੀਤਾ ਕਿਛੁ ਨਾ ਹੋਵੇ, ਜਿਉ ਹਰ ਭਾਵੇ ਤਿਉ ਰੱਖੀਏ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੇ, ਜਿਉ ਭਾਵੇ ਤੁਮੇ ਬਖਸ਼। ਇਸ ਅਵਸਥਾ ਦੇ ਮਨੁੱਖ ਪਹੁੰਚ ਜਾਂਦਾ ਹੈ। ਗੁਰੂ ਕਿਰਪਾ ਕਰੇ ਇਹ ਅਵਸਥਾ ਸਾਡੀ ਵੀ ਬਣੇ, ਅਸੀਂ ਵੀ ਪਿਆਰ ਨਾਲ ਅੰਦਰੋਂ ਹੋ ਕੇ ਵਾਹਿਗੁਰੂ ਦੇ ਨਿਰੰਕਾਰ ਦੇ ਨਾਮ ਨਾਲ ਜੁੜੀਏ, ਤਾਂ ਕਿ ਲੋਕ ਪਰਲੋਕ ਸਹੇਲਾ ਹੋ ਸਕੇ। ਇੰਨੇ ਬਚਨ ਪ੍ਰਵਾਨ ਕਰਨੇ ਜੀ। ਦੁਨੀਆਂ ਭੁੱਲਾਂ ਦੀ ਖਿਮਾ, ਪਿਆਰ ਸਤਿ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।